ਛੱਡ ਦੇ ਪੁੱਤਰਾ ਕਾਹਦੇ ਤੋਂ ਕੁੱਟਣਾ ਪਿਆ ਮੈਂ ਖੈਰ ਸ ਲੈ ਜੇ ਗਦਾਰਾ ਪਿਆ ਹੁੰਦਾ ਹੀ ਹੈ ਸ਼ੁਕਰ ਹੈ ਮੇਰੇ ਅੱਲਾ ਦਾ ਅੱਲਾ ਅੱਗੇ ਦੁਆ ਮਥਾ ਨਾ ਮੇਰਾ ਅੱਲਾ ਅਮਾ ਜੀ ਗੱਲ ਇਹ ਵੇ ਕਿ ਤੁਸੀਂ ਟੁਰ ਜੂ ਜਾਣਾ ਤੇ ਜਿਹੜੀਆਂ ਨੇਕੀਆਂ ਇਕੱਠੀਆਂ ਕਰਨੇ ਆ ਉਹ ਤੇ ਕਰ ਲੈਣ ਦਵੋ ਹਲਾ ਪੰਡ ਬੰਨ ਕੇ ਨਾ ਤੇ ਮੇਰਾ ਪੁੱਤਰ ਨੇਕੀਆਂ ਲੈ ਲੈ ਫਿਰ ਪੁੱਤਰ ਜਿੰਦਾ ਰਹੋ ਨੇਕੀਆਂ ਹਮੇਸ਼ਾ ਹੀ ਲੈਣੀਆਂ ਚਾਹੀਦੀਆਂ ਨੇ ਕੋਈ ਇੱਕ ਦਿਨ ਦੀਆਂ ਤੇ ਨਹੀਂ ਨਾ ਅੱਲਾਹ ਤਾਲਾ ਹਦਾਇਤ ਦੇਵੇ ਤੇ ਹਮੇਸ਼ਾ ਵਾਲਦੈਨ ਦੀ ਇੱਜ਼ਤ ਖਿਦਮਤ ਕਰਦੇ ਰਹੋ ਝਾਟੇ ਚ ਕੁਛ ਨਹੀਂ ਬਣਦਾ ਸਾਰੀ ਉਮਰ ਹੀ ਔਲਾਦ ਜਿਵੇਂ ਮਾਪੇ ਔਲਾਦ ਦੀ ਕਰਦੇ ਨੇ ਨਾ ਤਾਬਿਆਦਾਰੀ ਇਵੇਂ ਫਿਰ ਅੱਗੋਂ ਔਲਾਦ ਦਾ ਵੀ ਫਰਜ਼ ਹੋ ਜਾਂਦਾ ਹੈ ਅੰਮੀ ਇਸੇ ਤਰ੍ਹਾਂ ਹੀ ਬੜਾ ਫਰਕ ਪੈਂਦਾ ਜਦੋਂ ਤੁਹਾਨੂੰ ਵੇਂਦੇ ਨੇ ਨਾ ਸਾਡੇ ਬੱਚੇ ਤੇ ਉਹ ਵੀ ਅੱਗੋਂ ਇਸੇ ਤਰ੍ਹਾਂ ਬਿਲਕੁਲ ਰਾਤ ਨੂੰ ਘੁੱਟਦੇ ਨੇ ਜੇ ਨਿੱਕੇ ਨਿੱਕੇ ਕਰ ਭਲਾ ਅੰਤ ਭਲੇ ਦਾ ਭਲਾ ਪੁੱਤਰ ਜੋ ਬਿਜ਼ਨਸ ਹੋ ਵੱਢਣਾ ਕਣਕ ਬੀਜੇ ਜੌਂ ਨਹੀਂ ਵੱਢੇ ਜਾਂਦੇ ਤੇ ਜੌਂ ਬੀਜੀਏ ਕਣਕ ਨਹੀਂ ਵੱਢੀ ਜਾਂਦੀ ਕਣਕ ਦੀ ਕਣਕ ਹੀ ਵੱਢੀ ਜਾਂਦੀ ਹੈ ਇੰਜੀ ਗੱਲ ਹੈ ਤੇ ਚਲੋ ਇਹ ਵੇਖੋ ਤੁਸੀਂ ਟੁਰ ਜਾਣ ਤੇ ਫਿਰ ਦਿਲ ਵੀ ਤੇ ਭਲਾ ਹੋਏ ਜਿਉਂਦਾ ਰਹੋ ਪੁੱਤਰਾ ਅੱਲਾ ਤੇਰਾ ਬਾਗ ਖਿੜਿਆ ਰਵੇ ਤੂੰ ਮੇਰਾ ਵੱਡਾ ਪੁੱਤਰ ਹੈ ਘਰ ਦਾ ਚਿਹਰਾ ਮੋਰ ਹੈ ਹਾਂਜੀ ਮੇਰੀ ਹਾਂਜੀ ਟਾਈਮ ਦੇ ਨਾਲ ਹੀ ਆ ਕੇ ਬਹਿ ਗਏ ਬਾਹਰ ਬੜੀ ਗਰਮੀ ਸੀ ਬੜੀ ਗਰਮੀ ਮੈਂ ਤੇ ਡੇਰੇ ਤੇ ਚੱਲਾ ਜੀ ਬੱਚੇ ਆਡਾ ਤੇ ਲੋਕਾਂ ਨੂੰ ਆਰਾਮ ਮੇਰੇ ਤੁਹਾਨੂੰ ਤੇ ਬੱਚਿਆਂ 'ਚ ਜਾ ਟੁਕੀ ਲਾਓ ਅਸੀਂ ਜਿਉਂ ਸਵੇਰ ਕੱਲ ਰਾਤ ਦੇ ਪਏ ਮਤਲਬ ਬੀਬੀਆਂ ਨੂੰ ਕੋਨੀ ਰਾਮ ਹੈ ਬੰਦੇ ਦੇ ਬਾਹਰ ਭੱਜੇ ਇੰਜ ਸੂਰਜ ਨਿਕਲਿਆ ਜਿਵੇਂ ਲਵਾਰਾਂ ਦੇ ਕਰੋ ਤਪਦਾ ਤਪਾਦਾ ਸਵੇਰ ਦਾ ਮੂੰਹ ਨਹੀਂ ਕੱਢਿਆ ਤੇ ਹੁਣ ਨਿਕਲੀਆਂ ਦਿਲ ਥੋੜਾ ਪੈ ਗਿਆ ਲੱਕ ਪੀੜ ਕਰਨ ਲੱਗ ਪਿਆ ਕਿ ਮੈਂ ਲੰਮਿਆ ਪੈ ਕੇ ਤੇ ਹੁਣ ਮੈਂ ਕਿ ਬਾਹਰ ਬੈ ਕੇ ਨਮਾਜ਼ ਪੜ੍ਹਨੀ ਹੈ ਪਰ ਸੇਕਾ ਚੜਿਆ ਹੁਣ ਮੇਰੀ ਸਲਾਹ ਫੇਰ ਵੜ ਜਾਂਦਾ ਨਹੀਂ ਸੇਕਾ ਹੈ ਹੀ ਬੜਾ ਲੇਕਿਨ ਮੈਨੂੰ ਵੀ ਲੈ ਜਾ ਡੇਰੇ ਤੇ ਸਾਨੂੰ ਕਿੱਥੇ ਲਾ ਕੇ ਜਾਣਾ ਉੱਥੇ ਬੜੇ ਨਹਾਣ ਆਏ ਨੇ ਬੰਦੇ ਨਾ ਸਵੀਮਿੰਗ ਪੂਲ ਦੇ ਤੇ ਉਹ ਅਸਲ ਬੰਦਿਆਂ ਨੂੰ ਇਹ ਮੌਜ ਹੈ ਨਾ ਬਾਹਰ ਅੰਦਰ ਫੇਰ ਫੁਰ ਚਲੋ ਜੀ ਜਿਉਂਦੇ ਨੇ ਬੰਦਿਆਂ ਨੂੰ ਮੌਜ ਨੇ ਬੰਦਿਆਂ ਦਾ ਹੀ ਕੰਮ ਹੈ ਬਾਹਰ ਦੀ ਧੁੱਪ ਸੇਕਣ ਜਨਾਨੀਆਂ ਤਾਂ ਅੰਦਰ ਪਈਆਂ ਵੀ ਹਾਂ ਕਰਦੀਆਂ ਇਹ ਰੋਟੀ ਪਕਾ ਕੇ ਥੱਕ ਜਾਂਦੇ ਹਾਂ ਤੇ ਇਹ ਮਰਦ ਹੀ ਨੇ ਧੁੱਪ ਛਾਂ ਜਾਰਦੇ ਨੇ ਜਨਾਨੀਆਂ ਨਹੀਂ ਜਾਰ ਸਕਦੇ ਹਾਂ ਇਹ ਜੀ ਗੱਲ ਹੈ ਚਲੋ ਮੈਂ ਚੱਲਾ ਜੇ ਫਿਰ ਅੱਲਾ ਦੀ ਸਪੁਰਦ ਇਹ ਕੀ ਪਾਣ ਕੱਟ ਇਕੱਠਾ ਕੀਤਾ ਆ ਤੇ ਵਿੱਚ ਆ ਵੇਖ ਆ ਨੰਗੇ ਮੁਰਦੇ ਲਈ ਤੇ ਕਾਜੋ ਨੰਗੇ ਮੁਰਦੇ ਨੇ ਪਰ ਦਵਾ ਕਾਰੇ ਨਾਲ ਆ ਕੀ ਆਵੇ ਬਾਂਦਰੀ ਆ ਹਾਈ ਮੇਰਾ ਪੁੱਤਰ ਆ ਜੀ ਆ ਨਹੀਂ ਆ ਬਾਂਦਰੀ ਇਹ ਤੇ ਮੈਂ ਸਾਊਥ ਅਫਰੀਕਾ ਤੋਂ ਆਂਦੀ ਆ ਹੈ ਕੀ ਸੋਹਣੀ ਆ ਕਿਆ ਸੋਹਣੀ ਹੈ ਵੇ ਸੋਹਣਾ ਨਾ ਆ ਨੰਗੇ ਮੁਰਦੇ ਨੇ ਪਰ ਦਵਾ ਕਾਰੇ ਨਾਲ ਐ ਛੱਟ ਸਾੜ ਛੜੋ ਵੇ ਜਿਵੇਂ ਜੋ ਰੂੜੀ ਮਾਲ ਇਕੱਠਾ ਕਰਕੇ ਤੇ ਬੈਠੀ ਹੋਵੇ ਗੱਡੀ ਦੇ ਪਿੱਛੇ ਲੈ ਲਈ ਭਾਈ ਦੀ ਪੇ ਅੰਮੀ ਜੀ ਗਰਮੀ ਬਾਹਰ ਬੜੀ ਜਈ ਹੈ ਤੇ ਬੱਚਿਆਂ ਨੂੰ ਛੁੱਟੀਆਂ ਨੇ ਤੇ ਅੰਦਰ ਹੀ ਲੈ ਕੇ ਬੈਠੇ ਆ ਤਾਂ ਕਿ ਬਾਹਰ ਤੇ ਸ਼ੁਕਰ ਹੈ ਅੱਲਾ ਦਾ ਏਸੀ ਲਾਓ ਤੇ ਅੰਦਰ ਬਾਲ ਬੱਚੇ ਨੂੰ ਲੈ ਕੇ ਬਵੋ ਪਰ ਵੇਖ ਇਹਨਾਂ ਦੀ ਖੇਡਾਂ ਵੇਖ ਕਿੱਡੀਆਂ ਸੋਹਣੇ ਪੁੱਤਰ ਅੱਗੇ ਪਤਾ ਕੀ ਖੇਡੀਦਾ ਸੀ ਇਹ ਬੱਬਰੀਆਂ ਜਿਹੜੀਆਂ ਪਿਆਲੀਆਂ ਭੱਜ ਜਾਂਦੀਆਂ ਸਨ ਉਹਨਾਂ ਬੱਬਰੀਆਂ ਨੂੰ ਛਾਪਰ ਚ ਪਾਣਾ ਤੇ ਉਹਨਾਂ ਧੋ ਕੇ ਤੇ ਰੱਖਣਾ ਤੇ ਇੰਜ ਟੰਗਣੀਆਂ ਟੰਗ ਕੇ ਤੇ ਆਖਣਾ ਇਹਨਾਂ ਚ ਇੰਨੇ ਕੱਚੇ ਚੌਲ ਪਾਣੇ ਤੇ ਐਡਾ ਪਟੋਲਾ ਲੈਣਾ ਇੱਥੇ ਪਾਣਾ ਤੇ ਭੈਣ ਭਰਾਉਣੀ ਬਣ ਜਾਣਾ ਸਿਰ ਤੇ ਲੈਣਾ ਤੇ ਅਗਰ ਮੈਂ ਭੈਣ ਭਰਾਉਣੀ ਆਈ ਤੇ ਉਹ ਬੱਬਰੀ ਦੇ ਵਿੱਚ ਚੌਲ ਧਰਨੇ ਤੇ ਉਹ ਚੱਬਣੇ ਤੇ ਆਖਣਾ ਸੀ ਭੈਣ ਭਰਾਉਣੀਆਂ ਆਈਆਂ ਜਾਂ ਕੋਈ ਟਿੱਕੀ ਮੱਛੀ ਧਰਨੀ ਤੇ ਉਹ ਖਾਣਾ ਹੁਣ ਭਾਈ ਆ ਅੰਗਰੇਜ਼ੀ ਖਿਡਾਉਣੇ ਨੇ ਨੈਲਨ ਦੇ ਉਤਰੇ ਵੇਖ ਕਈ ਮੁਰਦੇ ਇਕੱਠੇ ਕੀਤੇ ਨੇ ਕਈ ਜਿੰਨ ਇਕੱਠੇ ਕੀਤੇ ਨੇ ਕਈ ਬਾਂਦਰੀਆਂ ਬਸ ਵੇਖ ਲਓ ਖੜੇ ਵਕਤ ਦੀ ਗੱਲ ਹੈ ਹਾਂ ਇਸੇ ਤਰ੍ਹਾਂ ਹਰ ਟਾਈਮ ਵਕਤ ਦਾ ਹੁੰਦਾ ਲੌਡੇ ਲਾਉਂਦਾ ਫਿਰ ਛਾਇ ਲਾਉਂਦਾ ਫਿਰ ਸ਼ਾਮ ਪੈ ਜਾਂਦੀ ਹੈ ਮੇਰੇ ਮਾਲਕ ਦਾ ਸ਼ੁਕਰ ਹੈ ਕਰੀਏ ਤੇ ਇਦਾਂ ਸਿੱਧਾ ਠੀਕ ਨੇ ਐਜ਼ੀ ਵੀ ਉਹਦੀਆਂ ਠੰਡੀਆਂ ਹਵਾਵਾਂ ਤੋਂ ਸ਼ਮਦੀਦ ਕਹਿੰਦੇ ਆ अस्सलाम वालेकुम वाह जी वाह मेरी पुत्री का इतना ही पारा बैग लग रहा है बैग दिखाओ बाबा को बैग दिखाओ बैग के भी पीछे हैं कि ऐसे ही ने खाओ मुझे वाह वाह बाबा ओ ओ ओ ओ ओ ओ ओ ओ सॉरी थैंक यू ये पैसे किसी बाइस के एंड आपा के भी ओके थैंक यू ले भाई अगली ने वावा सोने साम लेने वेरी गुड थैंक यू लो जी गल है अगे जिस तरह तुहानू पता है कि अम्मा जी की टिकट बिल्कुल नेड़े आ चुकी है तो लेकिन मसला पता की है कि फ्लैटां जिहड़ियां ने ना मिस हो रही ने बहुत ज़्यादा तो मेरे को एक मुंडे होर ने भी आना सी मेरे को काम करदा सी मुंडा राणा उन्होंने दसिया जी भाजी मेरी फ्लैट जी ना मिस हो गई है कल रात की जी नहीं आ सकी जी मेरा पुत्र तो इसको ऐसे बंद कर लेना मेरी जान ये ले चल बंद हो गई वो आंदी इनू बंद कर बाबा बंद कर तो गल है जी कि फ्लैटां हो रही ने मिस क्योंकि ये जड़ा ना इसराइल वाले ने जड़ा ते अमरीका वाले जड़ा स्यापा पाया ना साड़ी जान ते विच ते ऐसा
ਸਿਆਪਾ ਪਿਆ ਕਿ ਤੁਹਾਨੂੰ ਕੀ ਦਸੀਏ। ਇੱਥੇ ਪੈਟਰੋਲ ਵੀ ਜਿਹੜਾ ਸੀ ਨਾ ਉਹ ਤਕਰੀਬਨ 20 ਰੁਪਏ 20 ਰੈਂਡ ਸੀ, ਹੁਣ ਜਨਾਬੀ ਵਾਲੀ 34-35 ਰੈਂਟ ਹੋ ਗਿਆ। जी मेरा पुत्र की करना है? यहाँ से मशीन चलानी है? अभी नहीं चलानी मेरा पुत्र। वो आंदी है बाबा मशीन चला, पूल गंदा आए यार है किड्डी सियाणी है मारना दादो वांगू। अच्छा जी, तो ਉਹ ਫਲਾਈਟਾਂ ਆ ਰਹੀਆਂ ਨੇ ਮਿਸ। ਹੁਣ ਅੰਮਾ ਜੀ ਦਾ ਵੀ ਜਿਹੜਾ ਨਾ ਉਹ ਕੱਚ ਪਾਕੀ ਪਾ ਲੱਗਦਾ, ਕੁਝ ਸਮਝ ਨਹੀਂ ਆ ਰਹੀ ਕਿ ਕੀ ਬਣੇਗਾ, ਕੀ ਮਾਮਲਾਤ ਨੇ। ਹੁਣ ਅੱਲਾਹ ਪਾਕ ਹੈ ਆਸਾਨੀਆਂ ਫਰਮਾਏ ਜਨਾਬ ਇਸ ਮਾਮਲਾ ਦੇ ਉੱਤੇ। ਅੱਜ ਜਿਵੇਂ 9 ਜੂਨ ਹੈ, ਤੁਹਾਨੂੰ ਪਤਾ ਹੀ ਹੈ ਅੱਜ ਕਸ਼ਮੀਰ ਦਾ ਦਿਨ ਹੈ, ਤੇ ਮੈਨੂੰ ਹਰ ਬੰਦਾ ਪਿਆਂਦਾ ਸੀ ਕਸ਼ਮੀਰ ਦੀ ਵੀਡੀਓ ਬਣਾਓ ਜੀ, ਤੁਸੀਂ ਕਸ਼ਮੀਰ ਦੀ ਵੀਡੀਓ ਬਣਾਓ। ਮੈਨੂੰ ਸਮਝ ਨਹੀਂ ਆਉਂਦੀ ਕਸ਼ਮੀਰ ਦੀ ਵੀਡੀਓ ਕੀ ਬਣਾਈਏ। ਅੱਲਾਹ ਪਾਕ ਹੈ ਆਸਾਨੀਆਂ ਫਰਮਾਏ ਸਾਰਿਆਂ ਵੀਰਾਂ ਵਾਸਤੇ, ਸਭ ਵਾਸਤੇ। ਅੱਲਾਹ ਪਾਕ ਜਿੱਥੇ ਜਿੱਥੇ ਕੋਈ ਰਹਿ ਰਿਹਾ ਉੱਥੇ ਉੱਥੇ ਮਾਮਲਾਤ ਆਸਾਨੀਆਂ ਫਰਮਾਏ। ਗੱਲ ਇਹ ਵੇ ਕਿ ਹਰ ਜਗ੍ਹਾ ਦੇ ਵਿੱਚ ਹੀ ਕੋਈ ਨਾ ਕੋਈ, ਜੇ ਅਸੀਂ ਬਾਹਰ ਦੇ ਮੁਲਕਾਂ 'ਚ ਰਹਿ ਰਹੇ ਹਾਂ ਤਾਂ ਕੋਈ ਨਾ ਕੋਈ ਟੈਨਸ਼ਨ ਹੈ, ਜੇ ਕੋਈ ਦੁਬਈ 'ਚ ਰਹਿ ਰਿਹਾ ਤਾਂ ਟੈਨਸ਼ਨ ਹੈ, ਸਿੱਧੀ ਗੱਲ ਹੈ। ਜੇ ਕੋਈ ਯੂਕੇ ਦੇ ਵਿੱਚ ਜਾਂ ਯੂਰਪ ਦੇ ਵਿੱਚ ਰਹਿ ਰਿਹਾ ਤੇ ਜੇ ਕੋਈ ਲਿਵਿੰਗ ਦੀ ਟੈਨਸ਼ਨ ਨਹੀਂ ਤੇ ਕੋਈ ਹੋਰ ਬਥੇਰੀਆਂ ਟੈਨਸ਼ਨਾਂ ਨੇ। ਬਸ ਇਹ ਵੇਖ ਕੇ ਬੇਟਾ ਨਹੀਂ ਕਰਨਾ ਮੇਰੀ ਜਾਨ, ਤੋੜ ਨਹੀਂ ਖਰਾਬ ਹੋ ਜਾਏਗਾ ਪੌਦਾ। ਤੇ ਬਸ ਮੇਰਾ ਇਹ ਦਿਲੋਂ ਦੁਆ ਹੈ ਕਿ ਮੇਰਾ ਮਾਲਕਾ ਜਿੱਥੇ ਜਿੱਥੇ ਗੁਰ ਵਸਦਾ ਪਿਆ, ਜਿੱਥੇ ਜਿੱਥੇ ਕਿਹਦਾ ਘਰ ਹੈ ਨਾ ਉਹਦੇ ਵਾਸਤੇ ਆਸਾਨੀਆਂ ਫਰਮਾ ਦੇ। ਪਤਾ ਨਹੀਂ ਮੈਂ ਹੁਣ ਜੇ ਸਵੇਰ ਉੱਠਿਆ ਤਾਂ ਮੈਂ ਵੇਖਿਆ ਕਿ ਇੱਕ ਵੀਡੀਓ ਵੀ ਚੱਲਦੀ ਸੀ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਹੀ ਜਨਾਬੇ ਵਾਲੀ ਉਹ ਪਤਾ ਨਹੀਂ ਕਿਤਨੇ ਕੋ ਅਹਿਲਕਾਰ ਸ਼ਹੀਦ ਹੋ ਗਏ ਨੇ ਤੇ ਕੋ ਹੱਲਾ ਬੋਲਿਆ ਜੀਆਂ ਨੇ, ਪਤਾ ਨਹੀਂ ਕੀ ਚੱਲਦਾ ਪਿਆ ਮਾਮਲਾਤ। ਤੇ ਮੈਨੂੰ ਸਾਰੀ ਡਿਟੇਲ ਨਹੀਂ ਮੈਂ ਵੇਖੀ। ਤੂੰ ਬੜੀ ਐਕਸਾਈਟਡ ਹੈ ਅੱਜ ਖੈਰ ਤੇ ਹੈ ਨਾ ਮੇਰਾ ਪੁੱਤਰ ਦੀ। ਅੱਜ ਕੀ ਗੱਲ ਹੈ ਮੇਰੇ ਪੁੱਤਰ ਨਾਲ ਹੈ? ਤੇ ਗੱਲ ਇਹ ਹੈ ਕਿ ਅਸਾਂ ਜੰਮੂ ਕਸ਼ਮੀਰ ਦੀ ਕੀ ਗੱਲ ਕਰਨੀ ਹੈ, ਆਜ਼ਾਦ ਕਸ਼ਮੀਰ ਵਿੱਚ ਪਤਾ ਨਹੀਂ ਕੀ ਹੋਦਾ ਪਿਆ, ਕੀ ਮਾਮਲਾਤ ਨੇ। ਇਸ ਵਾਸਤੇ ਅਸੀਂ ਫਿਲਹਾਲ ਇਸ ਟੌਪਿਕ ਨੂੰ ਛੇੜਾਂਗੇ ਨਹੀਂ ਹੈ। ਅਸੀਂ ਆਨੇ ਆ ਕਿ ਚਲੋ ਦੂਜੀ ਗੱਲ ਇੱਕ ਗੱਲ ਮੈਂ ਕਰਨੀ ਹੈ। ਤੁਸੀਂ ਸ਼ਾਇਦ ਟਿਕਟੋਕ ਦੇ ਉੱਤੇ ਬਿਲਾਲ ਮਾਰਥ ਨੂੰ ਵੇਖਿਆ ਹੋਏਗਾ। ਬਿਲਾਲ ਮਾਰਥ ਇੱਕ ਮਤਲਬ ਸਾਡਾ ਆਪਣਾ ਕੁਲੀਗ ਹੀ ਹੈ ਸੋਸ਼ਲ ਮੀਡੀਆ ਦਾ, ਤੇ ਉਹ ਕੱਲ ਦਾ ਪਰਸੋਂ ਦਾ ਉਹਨਾਂ ਨੇ ਜਨਾਬ CCD ਵਾਲਿਆਂ ਗ੍ਰਿਫਤਾਰ ਕੀਤਾ ਕਿ ਇਹ ਜੇ ਅਸਲੇ ਦੀ ਨੁਮਾਇਸ਼ ਕਰ ਰਹੇ ਸੀ। ਉਹ ਬੰਦਾ ਜਿਹੜਾ ਨਾ ਹੈ ਤਾਂ ਨਹੀਂ ਇਸ ਤਰ੍ਹਾਂ ਦਾ, ਉਹਨੇ ਬਲਕਿ ਟ੍ਰੈਂਡ ਇਹ ਦਿੱਤਾ ਕਿ ਤੁਸੀਂ ਜੇ ਅਗਰ ਨਾਲ ਬੰਦੇ ਵੀ ਰੱਖਣੇ ਤਾਂ ਬਗੈਰ ਸਰ ਮੇਰੇ ਕੋਲ ਆਏਗਾ ਉੱਥੇ ਥੱਲੇ ਤੇ ਜਨਾਬ ਤੂੰ ਤੇ ਇੱਥੇ ਗੱਡੀ ਦੇ ਉੱਤੇ ਚੜਿਆ, ਖੈਰ ਤੇ ਹੈ, ਤੈਨੂੰ ਕੀ ਮਸਲਾ ਹੈ? ਮਿਹਰਬਾਨੀ ਵਲੋਗ ਬੰਦ ਕਰੋ। ਕਿਉਂ ਜੀ? ਮੈਂ ਹੁਣ ਨਾ ਹਾਂ ਥੱਲੇ ਕੀ ਤੁਹਾਡੇ ਵਲੋਗ 'ਚ ਵੀ ਨਹੀਂ ਜਾਣਾ। ਹੈਲੋ ਉਹ ਗੱਲ ਸੁਣ, ਹੈਲੋ ਇਹ ਕਿ ਅੱਜ ਤੋਂ ਬਾਅਦ ਯਾਸਰ ਵਲੌਗ ਵਿੱਚ ਨਹੀਂ ਆਏ ਕਰੇਗਾ? ਫਿਰ ਇੱਧਰ ਮੇਰੇ ਧਿਆਨ ਕਰੇ ਨਾ, ਕੀ ਮਸਲਾ ਹੈ? ਅੱਗੋਂ ਹੱਸਦਾ ਕੋਈ ਗੱਲ ਹੈ? ਮਸਲਾ ਤਾਂ ਸਭ ਤੋਂ ਪਹਿਲਾਂ ਮੈਂ ਇਕੱਲੇ ਦਾ ਮਾਲ ਲੱਦਿਆ, ਜੇ ਮੈਂ ਫਾਵਾ ਹੋ ਗਿਆ ਸਾਲਾ ਮੈਨੂੰ ਕਹਿੰਦਾ ਸੀ ਬਹੁਤ 5 ਰੁਪਏ ਦੇ, ਮੈਂ ਲੱਦ ਦੇਣਾ। ਅੱਛਾ ਮੇਰੇ ਨਸੀਬ ਖਰਾਬ, ਮੈਂ ਉਹਨੂੰ ਕਿਹਾ ਜਾ ਅੱਜ ਕੋਈ ਪੈਸਾ ਨਹੀਂ। ਅੱਛਾ ਤੇ ਮੈਂ ਵਾਕਈ ਜ਼ਲੀਲ ਹੋ ਗਿਆ ਬਹੁਤ। ਤੇ ਅੱਗੋਂ ਪਤਾ ਲੱਗਾ ਨਾ 5 ਦੇ ਲੈਣੇ ਸੌਖੇ, 5 ਦੇ ਲੈਣੇ ਸੌਖੇ ਨੇ ਤੇ ਤੂੰ ਕੋਈ ਬੰਦਾ ਨਾ। ਪਰ ਚੰਗਾ ਵਰਦਿਸ਼ ਹੋ ਗਈ। ਮੈਂ ਉਸ ਇੱਕ ਗੱਲੋਂ ਤਾਂ ਸਹੀ ਹੈ, ਪਰ ਦੂਜੀ ਗੱਲੋਂ ਮਾਰ ਖਾਦੀ ਬਸ 5 ਦੇ ਦਿੰਦਾ ਤੇ ਲਿਆਦਾ। ਬਸ ਐ ਸਮਝ ਲਓ ਥੱਲੇ ਨਹੀਂ ਆਉਣਾ ਕਰਨਾ। ਦੂਸਰਾ ਚੀਮਾ ਇਹਦੇ ਚ ਮੇਰਾ ਕੀ ਕਸੂਰ ਹੈ? ਤੁਹਾਡਾ ਤੇ ਚੀਮਾ ਸਾਹਿਬ ਕੋਈ ਕਸੂਰ ਨਹੀਂ। ਦੇਖੋ ਤੁਹਾਡਾ ਇਹੀ ਕਸੂਰ ਹੈ ਜਿਹਦੀ ਤੁਸੀਂ ਯਾਸਰ ਨਾਲ ਯਾਰੀ ਲਾ ਲਈ। ਅੱਛਾ ਯਾਰ ਮੈਂ ਯਾਸਰ ਦੀ ਜ਼ਿੰਦਗੀ ਚ ਆ ਗਿਆ, ਇਹ ਮੇਰਾ ਜੇ ਕਸੂਰ। ਤੁਸੀਂ ਨਾ ਆਂਦੇ ਤੇ ਹੋ ਸਕਦਾ ਤੁਹਾਨੂੰ ਨਾ ਸਾਹਮਣਾ ਕਰਨਾ ਪੈਂਦਾ। ਤੇ ਹੁਣ ਤੁਹਾਨੂੰ ਪਤਾ ਨਹੀਂ ਕਿ ਗੱਲ ਆ, ਮੈਂ ਮਾਂ ਉਹਨਾਂ ਨੂੰ 1000 ਵਾਰੀ ਕਿਹਾ ਦੇਖੋ ਮਾਂ ਤੋਂ ਅੱਗੇ ਤਾਂ ਕੋਈ ਸ਼ੈ ਨਹੀਂ, ਮਾਂ ਦਾ ਰੁਤਬਾ ਤੇ ਬਿਆਨ ਹੀ ਨਹੀਂ ਕਰ ਸਕਦੇ। ਬਿਲਕੁਲ ਕੋਈ ਪਰ ਸ਼ੱਕ। ਦੂਸਰੇ ਰਿਸ਼ਤੇ ਵੀ ਨਿਭਾਉਣੇ ਪੈਂਦੇ ਨੇ ਤੇ ਮੈਂ ਮਾਂ ਨੂੰ 1000 ਵਾਰੀ ਕਿਹਾ ਯਾਸਰ ਦੇ ਬਾਲ ਬੱਚੇ ਯਾਸਰ ਦੀ ਕਮਜ਼ੋਰੀ ਹੈ, ਹਾਂ ਪਰ ਮਾਂ ਨਹੀਂ ਅੰਡਰਸਟੈਂਡ ਕਰਦੀ। ਯਾਰ ਉਹ ਅੰਡਰਸਟੈਂਡ ਕਰ ਰਹੇ ਨੇ ਤੇ ਤਾਂ ਹੀ ਤੇਰੇ ਲਈ ਇੱਕ ਵੱਖਰਾ ਬੈਗ ਪੂਰਾ ਤਿਆਰ ਕੀਤਾ 23 ਕਿਲੋ ਦਾ। ਅਹਿਮਦ ਭਾਈ ਨੇ ਵੀਡੀਓ ਬਣਾਈ ਏ ਤੇ ਉਹ ਜਾ ਸਮਝੇ ਪਤਾ ਨਹੀਂ ਕਿੱਥੇ ਕਿੱਥੇ ਵੱਜੀ ਏ ਤੇ ਉਹ ਗਲਤ ਗੱਲ ਏ। ਅੱਛਾ ਉਹ ਲਿਆਦਾ ਹੁਣ ਇਸ ਵਾਸਤੇ ਬੈਗ ਉਹ ਕਹਿੰਦੇ ਨੇ ਭਾਈ ਸੇ ਕਰਨਾ ਕੋਈ ਨਹੀਂ, ਹਾਂ ਮਾਂ ਨੂੰ ਕਹੋ ਕੋਈ ਨਹੀਂ ਮਸਲਾ, ਬੈਗ ਕਰ ਲੈ 2 ਕਿੱਲੇ 3 ਕਿੱਲੇ ਤੇ ਕੋਈ ਨਹੀਂ ਮਸਲਾ, ਉਹੀ ਤੁਹਾਡੇ ਕੋਲ ਜਾ। ਹੁਣ ਉਧਰ ਨਾਰਾਜ਼ਗੀ ਹੋ ਗਈ ਹੈ? ਨਹੀਂ ਉਹਨਾਂ ਨੂੰ ਮੈਂ ਕਿਹਾ, ਮੈਂ ਕਿ ਕੋਈ ਨਹੀਂ ਮਸਲਾ। ਫਿਰ ਉਹ ਜਿਹੜਾ ਆਣਾ ਨਾ ਆਪਣਾ ਹੈਰ ਕੀਤਾ ਵਜ਼ੀਰਾਬਾਦੋਂ, ਹਾਂ ਉਹ ਵੀ ਯਾਸਰੇ ਦਾ। ਫਿਰ ਇੰਜ ਤੇ ਇੰਜ ਹੀ ਸਹੀ। ਵਜ਼ੀਰਾਬਾਦ ਤੋਂ ਇੱਕ ਮਾਸਾ ਵੀ ਨਹੀਂ ਆ ਰਿਹਾ, ਤੂੰ ਟੈਨਸ਼ਨ ਨਾ ਲੈ। ਇਹ ਗੱਲ ਝੂਠ ਮੇਰੀ ਤਰਫੋਂ ਨਹੀਂ ਆ ਰਿਹਾ ਬਹੁਤ। ਤੁਸੀਂ ਆਪਣਾ ਰਿਸ਼ਤੇ ਤੁਸੀਂ ਸਾਰੇ ਕਵਰ ਕਰ ਲੈਂਦੇ ਹੋ। ਯਾਸਰਾ ਗਰੀਬ ਮਾਰਿਆ ਜਾਂਦਾ, ਹਰ ਪਾਸੇ ਮਾਰਿਆ ਜਾਂਦਾ, ਮਾਂ ਵੱਲੋਂ ਵੀ ਮਾਰਿਆ ਗਿਆ, ਬਾਲ ਬੱਚਿਆਂ ਵੱਲੋਂ ਵੀ ਮਾਰਿਆ ਗਿਆ, ਵਜ਼ੀਰਾਬਾਦੋਂ ਵੀ ਮਾਰਿਆ ਗਿਆ। ਉਹੀ ਨਾ ਤੂੰ ਟੈਨਸ਼ਨ। ਹਰ ਪਾਸੇ ਦਿਲਾਵਰ ਨੇ ਐਤਕਾ ਤੇਰੇ ਵਾਸਤੇ ਵੱਡਾ ਪੈਕੇਜ ਘੱਲਿਆ। ਅੱਲਾਹ ਦੀ ਕਸਮ ਨਹੀਂ ਯਾਰ, ਐ ਹੋ ਹੀ ਨਹੀਂ ਸਕਦਾ। ਮਾਮੂ ਦਲਾਵਰ ਸਿਰਫ ਗੱਲਾਂ ਹੀ ਕਰ ਸਕਦਾ,
ਤੇ ਮੈਨੂੰ ਕਦੇ ਵੀ ਕੋਈ ਐਸੀ ਸ਼ੈ ਨਹੀਂ ਲੱਭੀ ਸਪੈਸ਼ਲ ਜਿਹਦੇ ਕਹੀ ਹੋਵੇ ਤੁਸੀਂ ਆ ਕੇ ਚੀਮਾ ਸਾਹਿਬ ਨੂੰ ਹਾਂਜੀ ਇਹ ਮਾਮੂ ਦਲਾਵਰ ਲਵਾਈ ਮਾਮੂ ਦਲਾਵਰ ਨੇ ਤੂੰ ਟੈਨਸ਼ਨ ਨਾ ਲੈ ਆਦਕਾ ਤੈਨੂੰ ਰਾਜ਼ੀ ਕਰ ਦਿਆਂਗੇ ਮਾਮੂ ਦਲਾਵਰ ਆਹ ਯਾਰ ਮੈਨੂੰ ਕੋਈ ਸ਼ੈ ਨਹੀਂ ਚਾਹੀਦੀ ਚੀਮਾ ਸਾਹਿਬ ਮੇਰੇ ਬਾਲ ਬੱਚੇ ਰਾਜ਼ੀ ਤੇ ਮੈਂ ਵੀ ਰਾਜ਼ੀ 10 ਕਿਲੋ ਸਮਾਨ ਯਾਰ ਹੁਣ ਤੇ ਬੈਗ ਵੀ ਨਹੀਂ ਅੱਛਾ ਰੋਲਾ ਸਿਰਫ 10 ਕਿਲੋ ਦਾ ਯਾਰ 10 ਕਿਲੋ ਕੀਰਾ ਕੋ ਮਾਂ ਨੂੰ ਬੜਾ ਵਜ਼ਨ ਲੱਗਦਾ ਮਾਂ ਕੋ 160 ਕਿਲੋ ਲਾਓਵੇ ਤੂੰ ਮੈਨੂੰ 160 ਕਿਵੇਂ ਲਾਓ ਹੈ ਜੀ 23 ਤੇ 23 ਕਿੰਨਾ ਹੋ ਗਿਆ 46 46 ਤੇ 46 ਕਿੰਨਾ 96 ਕਿਲੋ 96 ਤੇ ਹੈਂਡ ਕੈਰੀ 20 ਕਿਲੋ 96 ਤੇ 92 ਕਿਲੋ 86 ਤੇ 92 ਕਿਲੋ ਬਸ ਹੈਂਡ ਕੈਰੀ ਉਹ ਵਿਚਾਰੇ ਗਰੀਬ ਕਿਵੇਂ ਚੁੱਕ ਕੇ ਲਿਆਉਣਗੇ ਜੀ ਯਾਰ ਉਹਨਾਂ ਨੇ ਕੀ ਚੁੱਕਣਾ ਟਰਾਲੀ ਨੇ ਚੁੱਕਣਾ ਚਲੋ 100 ਕਿਲੋ ਵਜ਼ਨ ਲਾਓ ਤੇ 100 ਚ ਯਾਰ 10 ਕਿਲੋ ਯਾਸਰ ਦਾ ਨਹੀਂ ਪੈ ਸਕਦਾ 90 ਕਿਲੋ ਮੈਂ ਤੁਹਾਡੇ ਸਸਰਾਲ ਨੂੰ ਦਿੱਤੇ ਤੁਹਾਡੇ ਮਾਮਿਆਂ ਨੂੰ ਦਿੱਤੇ ਤੁਹਾਡੀ ਸਭ ਨੂੰ ਦਿੱਤੇ ਹਾਂ ਤੇ ਮੇਰਾ 10 ਕਿਲੋ ਚੁੱਭਦਾ ਯਾਰ 10 ਕਿਲੋ ਦਾ ਕੀ ਹੈ ਯਾਰ ਬੋਲ ਉਹ ਯਾਰ ਛੱਡ ਦੇ ਗੱਲ ਨੂੰ ਅੱਛਾ ਚੱਲ ਮੈਂ ਤੈਨੂੰ ਇੱਕ ਗੱਲ ਦੱਸਾਂ ਹਾਂ ਗੁਰਾਇਆ ਸਾਹਿਬ ਹਾਂ ਨੇ ਮੈਨੂੰ ਫੋਨ ਕੀਤਾ ਮੈਂ ਨਾ ਵਾਅਦਾ ਕੀਤਾ ਯਾਸਰੇ ਪੂਰਾ ਬੈਗ ਤੂੰ ਤੇਰਾ ਮੈਂ ਲੈ ਕੇ ਜਾਵਾਂਗਾ ਤਿਆਰ ਉਂਝ ਤੂੰ ਕੋਈ ਬੰਦਾ ਛੱਡਦਾ ਹੈ ਮੈਂ ਮੈਨੂੰ ਦੱਸ ਮੈਂ ਤੈਨੂੰ ਗੱਲ ਕੋਈ ਦੁਨੀਆ ਤੇ ਕੋਈ ਬੰਦਾ ਸਾਊਥ ਅਫਰੀਕਾ ਆਵੇ ਸਹੀ ਤੈਨੂੰ ਪਤਾ ਲੱਗ ਜੇ ਕੋਈ ਬੰਦਾ ਤੂੰ ਖੰਜਾਇਆ ਨਹੀਂ ਹੁਣ ਗੱਲ ਤਾਂ ਸੁਣ ਲੈ ਇਹੀ ਤੇ ਗੱਲ ਹੈ ਨਾ ਯਾਸਰਾ ਬਦਨਾਮ ਹੈ ਲੋਕਾਂ ਨੂੰ ਵੀ ਪਤਾ ਨਹੀਂ ਕਿੰਨਾ ਕੁ ਮਾਲ ਯਾਸਰ ਕੋਲ ਆ ਰਿਹਾ ਜਾ ਰਿਹਾ ਉਹੀ ਤੁਹਾਨੂੰ ਗੱਲ ਦੱਸਣਾ ਗਰਾਏ ਸਾਹਿਬ ਨੇ ਵਾਅਦਾ ਕੀਤਾ ਮੇਰੇ ਨਾਲ ਬੈਗ ਦਾ ਬੇਸ਼ੱਕ ਵਲੋਗ ਵੇਂਦੇ ਨੇ ਉਹ ਤੁਹਾਨੂੰ ਥੱਲੇ ਮੈਂ ਕਮੈਂਟ 'ਚ ਵੀ ਦੱਸਣਗੇ ਇੰਜੀ ਗੱਲ ਹੈ ਹਾਂ ਤੇ ਮੈਨੂੰ ਉਹਨੇ ਕਿਹਾ ਯਾਸਰ ਸਾਹਿਬ ਪੂਰਾ ਬੈਗ ਤੁਹਾਡਾ ਭਰਾ ਤੁਹਾਡਾ ਲੈ ਕੇ ਆਏਗਾ ਠੀਕ ਹੈ ਬੈਗ ਮੇਰਾ ਤਿਆਰ ਸਹੀ ਹੈ ਨਾ ਫੈਸਲਾਬਾਦ ਬੈਗ ਤਿਆਰ ਹੋਇਆ ਪਿਆ ਹਾਂ ਪਹੁੰਚਾਣਾ ਸੀ ਤੇ ਇੰਜ ਰਸਤੇ 'ਚ ਜਾ ਰਿਹਾ ਅੱਗੋਂ ਉਸਤਾਦ ਜੀ ਮੈਨੂੰ ਟੱਕਰ ਗਿਆ ਹਾਂ ਉਸਤਾਦ ਜੀ ਨੇ ਕਿਹਾ ਯਾਸਰ ਜਿਉਂ ਜਾਣਾ ਮੇਰਾ ਬੈਗ ਯਾਰ ਉੱਥੇ ਪਿਆ ਹੀ ਤੇ ਉਹ ਮੰਗਵਾ ਦੇ ਮੈਂ ਆਪਣਾ ਬੈਗ ਪੜਾ ਕਰਕੇ ਉਸਤਾਦ ਦਾ ਮੰਗਵਾ ਛੱਡਿਆ ਹੈਲੋ ਕੁਰਬਾਨੀ ਦਿੱਤੀ ਤੇ ਜਿਹੜਾ ਹੁਣ ਵੇਖ ਕ੍ਰਿਕਟ ਆਸਤੇ ਮੈਂ ਪੂਰੇ ਪੈਡ ਲੈ ਟੀਮ ਰਜਿਸਟਰਡ ਕਰਾਈ ਹੈ ਨਾ ਜਿਹਦੇ ਚ ਤੂੰ ਵੀ ਨਾਇਬ ਕਪਤਾਨ ਹੈ ਹਰ ਕੰਮ ਹੋ ਗਿਆ ਪੈਡ ਮੰਗਾ ਲਏ ਬੱਲੇ ਛੱਲੇ ਬੈਗ ਰੈਡੀ ਕਰ ਲਿਆ ਹੁਣ ਉਹਦੀ ਵੀ ਗੁੰਜਾਇਸ਼ ਨਹੀਂ ਅੰਮਾ ਜੀ ਕਿਵੇਂ ਲੈ ਕੇ ਆਉਣਗੇ ਹੁਣ ਉਹ ਵੀ ਉੱਥੇ ਪਿਆ ਹੁਣ ਪਾਕਿਸਤਾਨੀ 2 ਲੱਖ ਰੁਪਈਆ ਮੈਂ ਲਾਇਆ ਸਾਰੇ ਸਮਾਨ ਦੇ ਉੱਤੇ ਮੰਗਵਾ ਲਾਂਗੇ ਨਾ ਯਾਰ ਦੇਖੋ ਲਾਸਟ ਟਾਈਮ ਤੁਹਾਡੇ ਲੜਾਈ ਪਈ ਬੈਗ ਦੀ ਵਜ੍ਹਾ ਤੋਂ ਮੈਂ ਵੇਖੋ ਫੀਲ ਕੀਤਾ ਮੈਂ ਲਿਆ ਕੇ ਸ਼ਾਮੀ ਬੈਗ ਦੇ ਛੜਿਆ ਭਾਬੀ ਮੈਂ ਕਿਹਾ ਭਾਬੀ ਜੀ ਆਪਣਾ ਸਮਾਨ ਲੈ ਲਓ ਮੇਰਾ ਦੇ ਦਿਓ ਰੋਲਾ ਮਕਾ ਤੇ ਹਰ ਪਾਸੇ ਮੈਂ ਕੰਪਰੋਮਾਈਜ਼ ਕਰਨਾ ਤੇ ਹੁਣ ਯਾਰ 10 ਕਿਲੋ ਦਾ ਰੋਲਾ ਬਸ ਮਾਂ ਉਹਨਾਂ ਨੂੰ ਗੁਜ਼ਾਰਿਸ਼ ਕਰੋ ਕਿਉਂਕਿ ਦਾਲੇ ਮਾਂ ਸਭ ਤੋਂ ਪਹਿਲਾਂ ਮਾਂ ਤੇ ਮਾਂ ਹੀ ਹੈ ਨਾ ਹੁਣ ਤੇ ਮਾਂ ਨੂੰ ਤੇ ਗੁੱਸਾਹੀ ਹੋ ਹੀ ਨਹੀਂ ਸਕਦੀ ਨਾ ਛੱਡ ਸਕਦੇ ਆ ਪਰ ਮਾਂ ਨੂੰ ਕੋ ਦੂਸਰੇ ਰਿਸ਼ਤੇ ਨਿਭਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਚੀਮਾ ਸਾਹਿਬ ਤੁਸੀਂ ਤੁਹਾਡਾ ਹੋਰ ਪੋਜੀਸ਼ਨ ਹੈ ਤੁਸੀਂ ਵਿਆਹ ਵੀ ਕਰ ਸਕਦੇ ਹੋ ਤੁਸੀਂ ਰੋਲਾ ਵੀ ਪਾ ਸਕਦੇ ਹੋ ਰੁੱਸ ਵੀ ਸਕਦੇ ਉਹ ਹੋ ਭਾਈ ਕਿਹੜਾ ਵਿਆਹ ਖੁਦਾ ਦਾ ਨਹੀਂ ਕਿਉਂ ਮੈਨੂੰ ਘਰੋਂ ਕਢਾਣਾ ਤੂੰ ਇਹੀ ਤੇਰੀਆਂ ਗੱਲਾਂ ਨੇ ਪਿਛਲੀ ਵਾਰੀ ਮੈਨੂੰ ਖੱਜਲ ਕਰਾਇਆ ਸੀ ਤੁਸੀਂ ਪਿਛਲੀ ਵਾਰੀ ਜਾੜਾ ਬਣੇ ਹੋ ਨਾ ਹਾਂ ਤੁਸੀਂ ਕਿਹਾ ਮੈਂ ਵਿਆਹ ਕਰਨਾ ਜੁਰਤ ਕੀਤੀ ਤੇ ਮੈਂ ਤਾਂ ਜੁਰਤ ਵੀ ਨਹੀਂ ਕਰ ਸਕਦਾ ਨਾ ਮੈਂ ਸੋਚ ਵੀ ਨਹੀਂ ਸਕਦਾ ਯਕੀਨ ਮੰਨੋ ਜੇ ਦਿਨ ਮੇਰੇ ਦਿਮਾਗ 'ਚ ਕੋਈ ਦੂਸਰਾ ਆਵੇ ਵੀ ਨਾ ਤੇ ਅੱਲਾ ਦੀ ਕਸਮ ਹੈ ਮੈਂ ਉਸੇ ਟਾਈਮ ਭੈਣ ਭਰਾ ਵਾਲੀ ਫੀਲਿੰਗ ਲੈਣ ਕਿਉਂਕਿ ਮੈਂ ਕਹਿੰਦਾ ਕੋਈ ਜ਼ਿਹਨ 'ਚ ਵੀ ਨਾ ਆਵੇ ਆ ਜਾ ਰਾਜ਼ੀ ਆ ਮੈਂ ਤੇਰੇ ਤੇ ਯਾਸਰ ਕਸਮ ਇਧਰ ਆ ਜਾ ਜੱਫੀ ਪਾ ਜਿਹੜਾ ਤੂੰ ਭੈਣ ਭਰਾ ਵਾਲੀ ਫੀਲਿੰਗ ਲੈ ਉਹਨਾਂ ਨੇ ਜਾ ਰਾਜ਼ੀ ਆ ਮੈਂ ਉਹੀ ਕਹਿਣਾ ਵਾ ਤੇ ਮੈਨੂੰ ਕੋਈ ਯਕੀਨ ਮੰਨੋ ਕੋਈ ਯਾਸਰ ਵੀ ਕਵੇ ਨਾ ਤੇ ਮੈਂ ਕਹਿੰਦਾ ਨਹੀਂ ਯਾਸਰ ਭਾਈ ਨਾਲ ਲਾਣਾ ਤੇ ਮੈਂ ਜਵਾਬ ਦੇਣਾ ਜਿਹੜਾ ਨਿਹਰਾ ਯਾਸਰ ਕਵੇ ਤਾਂ ਮੈਂ ਕੋਈ ਜਵਾਬ ਨਹੀਂ ਦਿੰਦਾ ਅੱਛਾ ਜੀ ਉਹ ਭਾਵੇਂ ਭੈਣ ਹੈ ਭਾਵੇਂ ਭਰਾ ਹੋਵੇ ਫਿਰ ਹੁਣ ਅੱਜ ਤੋਂ ਬਾਅਦ ਉਦੋਂ ਹੀ ਤੂੰ ਵਲੌਗ 'ਚ ਆਉਣਾ ਜਦੋਂ ਤੇਰਾ ਸਮਾਨ ਹੋਣਾ ਯਾਰ ਸਮਾਨ ਆਣਾ ਤੇ ਮੈਂ ਵਲੋਗ 'ਚ ਆਣਾ ਪਰ ਗੱਲ ਹੈਗੀ ਮਾਂ ਹੋਣਾ ਕੋਈ ਪਿਆਰੀ ਜਿਹੀ ਵੀਡੀਓ ਬਣਾਉਣ ਪਰ ਫਲੈਟਾਂ ਤੇ ਕੈਨਸਲ ਹੋ ਰਹੀਆਂ ਨੇ ਮੁੰਡੇ ਰਾਣੇ ਸਾਡੇ ਦੀ ਕੈਨਸਲ ਹੋ ਗਈ ਹੈ ਅੱਗੋਂ ਦੂਜੇ ਤੀਜੇ ਦੀ ਕੈਨਸਲ ਹੋ ਰਹੀਆਂ ਨੇ 1-2 ਦਿਨ ਉੱਤੇ ਥੱਲੇ ਹੋ ਰਹੇ ਨੇ ਬੋਸ ਜੀ ਤੇ ਕੋਈ ਨਹੀਂ ਮਸਲਾ ਨਾ ਹੁਣ ਬੜੀ ਦੁਨੀਆ ਡਿੱਕੀ ਉਹ ਕੀ ਕਰਦੇ ਨੇ ਵੇਂਦੇ ਨੇ ਇੱਕ ਜਹਾਜ਼ ਪੂਰਾ ਆਇਆ ਤੇ ਦੂਜਿਆਂ ਨੂੰ 2 ਸਵਾਰੀਆਂ ਉਧਰ ਘਲਤੀਆਂ ਕੋਈ 4 ਉਧਰ ਘਲਤੀਆਂ ਮਾਂ ਹੋਣੇ ਆਣਗੇ ਜ਼ਰੂਰ ਫਲੈਟ ਉੱਤੇ ਥੱਲੇ ਹੋ ਰਹੀ ਹੈ ਕੋਈ ਨਹੀਂ ਮਸਲਾ ਇਨਸ਼ਾਅੱਲਾ ਆ ਜਾਣਗੇ। ਤੇ ਟੈਨਸ਼ਨ ਨਾ ਲੈ ਜਿੰਨੀ ਦੇਰ ਤੱਕ ਉਹ ਆਉਂਦੇ ਨਹੀਂ ਨਾ ਤੂੰ ਤੇ ਮੇਰਾ ਬਹੁ ਮੇਰੇ ਨਾਲ ਰਹਿਣਾ ਜੇ ਤੂੰ ਵੀ ਅੱਗੋਂ